बहुत बहुत स्वागत है। पंजाब ਦੀਆਂ ਸਿਆਸੀ ਤੇ ਸਮਾਜਿਕ ਸੁਰਖੀਆਂ ਦੀ ਪੜਤਾਲ ਦੇ ਖਾਸ ਪ੍ਰੋਗਰਾਮ ਖਬਰ ਪੜਤਾਲ ਦੇ ਵਿੱਚ ਬਹੁਤ ਵੱਡੀਆਂ ਖਬਰਾਂ ਆਈਆਂ ਨੇ। ਹੁਣੇ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਪੜਤਾਲ ਕਰਾਂਗੇ। ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਮੇਰੇ ਨਾਲ ਨੇ। ਡੱਲਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਤੁਹਾਡਾ। बहुत धन्यवाद जगदीश जी, ਤੁਹਾਡਾ ਵੀ ਔਰ ਸਾਰੇ ਪੰਜਾਬੀਆਂ ਦਾ जी। डल्ला साहब कैबिनेट की मीटिंग हुई है, मान सरकार ने बहुत वड्डे फैसले लए ने। खास तौर पर जिहड़ा फैसला नौजवानों चर्चा का विषय वो 26,000 नौकरियां कढ़ण का फैसला लिया। किवें देखदे हो इन्हां तमाम फैसलों नूं जो अज कैबिनेट ने लए ने? देखो, पहली तो असीं ये गल समझिए कि पंजाब दे विच नोटिफिकेशन जिस दिन होएगा ना 26,454 असामियां दा अखबारां च इश्तिहार छप जाणगे, वैबसाइट्स ते अखबार इश्तिहार छप जाणगे। भगवंत मान जिस दिन वीडियो बना के जारी कर देंगे भी पंजाब दे नौजवानों करो नौकरियां अप्लाई, नौकरियां निकल गईयां, तद तक नौकरियां निकलियां नहीं मनिया जानियां। ये प्रोसैस है। देखो, चरणजीत चन्नी ने कहता सी भी 1 लाख भर्ती करांगे, कैप्टन अमरिंदर कह गए सी भी 1 लाख नौकरियां भर्ती करांगे, होईयां। हुण ये भगवंत मान जी ने 19 मार्च नूं कहता सी भी महीने दे विच नोटिफिकेशन जारी कर देंगे। महीना लंघे नूं तां किन्ना समा हो गया, अज असीं 2 मई च आ गए हैं, 19 मार्च तो बाद। सो ये प्रोसैस है सारे। असल जे होया किवें मैं तुहानूं ये भी विस्तार च समझाउणा। जदों सरकार बनी भगवंत मान दी, उन्होंने सारे महकमिਆਂ ਨੂੰ किहा भी तुहाडे महकमिਆਂ 'ਚ ਜਿਹੜੀਆਂ खाली असामियां पईयां जिन्हां दे विच भर्तियां नहीं ਹੁੰਦੀਆਂ, क्योंकि पिछलियां सरकारां ने एक तरीका बनाया कि ਜਿਹੜੀ पोस्ट रिटायरमेंट तो बाद खाली हो जाए ਉਹਨੂੰ ਭਰੋ ਨਾ। ਬਹੁਤੀਆਂ पोस्टां खाली रहियां पिछले लंबे ਸਮਿਆਂ ਤੋਂ। ਸਰਕਾਰਾਂ ਨੂੰ ਇਹ ਸੀ ਕਿ ਵਿੱਤੀ ਬੋਝ ਬਹੁਤ ਜ਼ਿਆਦਾ ਹੈ, ਕਰਜ਼ਾ ਸੂਬੇ ਸਿਰ ਚੜਿਆ ਹੋਇਆ ਹੈ, ਆਪਣੀਆਂ ਤਨਖਾਹਾਂ ਪੈਨਸ਼ਨਾਂ ਭਾਵੇਂ ਉਹਨਾਂ ਦੀਆਂ ਵਧੀਆਂ ਰਹੀਆਂ, ਪਰ ਉਹਨਾਂ ਨੇ ਮੁਲਾਜ਼ਮਾਂ ਦੀਆਂ ਇਹ ਪੋਸਟਾਂ ਨਹੀਂ ਭਰੀਆਂ, ਇਹ ਖਾਲੀ ਪੋਸਟਾਂ ਬਣਦੀਆਂ ਰਹੀਆਂ। ਹੁਣ ਇਹ ਸਾਰੀਆਂ ਪੋਸਟਾਂ ਸਾਰੇ ਮਹਿਕਮੇ ਨੇ ਭੇਜੀਆਂ। ਕਿਸੇ ਮਹਿਕਮੇ ਦੇ ਵਿੱਚ ਇਹ ਕਿਹੜੇ ਮਹਿਕਮੇ ਨੇ? ਜੇਲ੍ਹ ਦਾ ਮਹਿਕਮਾ, ਸੈਨੀਟੇਸ਼ਨ ਦਾ ਮਹਿਕਮਾ, ਜਲ ਸਪਲਾਈ ਦਾ ਮਹਿਕਮਾ, ਗ੍ਰਹਿ ਮਹਿਕਮਾ। ਹੁਣ ਗ੍ਰਹਿ ਮਹਿਕਮੇ ਦੇ ਵਿੱਚ 10,000 ਪੁਲਿਸ ਮੁਲਾਜ਼ਮਾਂ ਦੀਆਂ ਪੋਸਟਾਂ ਵੀ ਵਿੱਚ ਹੀ ਨੇ। 25,000 ਭਗਵੰਤ ਮਾਨ ਨੇ ਕਿਹਾ ਸੀ, ਇਹ 26,454 ਅਸਾਮੀਆਂ ਨੇ। ਪਿੱਛੇ ਜੇ ਇਹਨਾਂ ਨੇ ਕਿਹਾ ਸੀ ਜਲ ਸੈਨੀਟੇਸ਼ਨ ਦੇ ਵਿੱਚ ਅਸੀਂ 145 ਕੁ ਭਰਤੀ ਕਰਾਂਗੇ, ਉਹ ਵੀ ਇਹਦੇ ਵਿੱਚ ਹੀ ਨੇ। ਜਿਹੜੀਆਂ ਪਿਛਲੀ ਕੈਬਨਿਟ ਮੀਟਿੰਗ 'ਚ ਚੀਮਾ ਜੀ ਨੇ ਕਿਹਾ ਸੀ ਵੀ ਅਸੀਂ 145 ਅਸਾਮੀਆਂ ਕੱਢਤੀਆਂ ਜਲ ਸੈਨੀਟੇਸ਼ਨ ਦੀਆਂ, ਉਹ ਵੀ ਅੱਜ ਵਾਲੀ ਮਨਜ਼ੂਰੀ ਦੇ ਵਿੱਚ ਹੀ ਨੇ। ਅਸਲ 'ਚ ਮੰਤਰੀ ਮੰਡਲ ਦੀ ਬੈਠਕ ਸੀ। ਮੰਤਰੀ ਮੰਡਲ ਦੀ ਬੈਠਕ 'ਚ ਸਾਰੇ ਮਹਿਕਮਿਆਂ ਨੇ ਆਪਣੀਆਂ ਆਪਣੀਆਂ ਪੋਸਟਾਂ ਦੱਸਤੀਆਂ। ਜੇਲ੍ਹਾਂ ਦੇ ਮਹਿਕਮੇ ਨੇ ਦੱਸਤੀਆਂ। ਐਜੂਕੇਸ਼ਨ ਦੇ ਮਹਿਕਮੇ ਦੇ ਵਿੱਚ, ਸਿੱਖਿਆ ਦੇ ਮਹਿਕਮੇ ਦੇ ਵਿੱਚ ਮੇਰੇ ਅੰਦਾਜ਼ੇ ਮੁਤਾਬਕ 6400 ਦੇ ਕਰੀਬ ਸਕੂਲਾਂ 'ਚ, ਸਿੱਖਿਆ ਦੇ ਸਕੂਲਾਂ ਦੇ ਮਹਿਕਮੇ 'ਚ 6400 ਦੇ ਕਰੀਬ ਮੇਰੀ ਜਾਣਕਾਰੀ ਦੇ ਮੁਤਾਬਕ ਨੌਕਰੀਆਂ ਮਨਜ਼ੂਰ ਹੋਈਆਂ ਨੇ। ਇਹ ਸਾਰੀਆਂ 26,454 ਅਸਾਮੀਆਂ ਮਨਜ਼ੂਰ ਹੋਈਆਂ ਨੇ। ਮੰਤਰੀ ਮੰਡਲ ਇਸ ਸਹਿਮਤੀ ਤੇ ਪਹੁੰਚ ਗਿਆ ਵੀ ਹਾਂ ਅਸੀਂ ਇੱਥੇ ਭਰਤੀ ਕਰਾਂਗੇ। ਉਹ ਭਰਤੀ ਦਾ ਜਦੋਂ ਨੋਟੀਫਿਕੇਸ਼ਨ ਆਊਗਾ, ਅਖਬਾਰਾਂ 'ਚ ਇਸ਼ਤਿਹਾਰ ਆ ਜਾਣਗੇ, ਉਸ ਤੋਂ ਬਾਅਦ ਇਹ ਪ੍ਰੋਸੈਸ ਸ਼ੁਰੂ ਹੋ ਜਾਣਾ ਹੈ। ਪਰ ਬੇਨਤੀ ਇਹ ਵੀ ਰਹੂਗੀ ਭਗਵੰਤ ਮਾਨ ਦੀ ਸਰਕਾਰ ਨੂੰ ਕਿ ਪਹਿਲਾਂ ਹੀ ਲੋਕ ਬੜੇ ਬੇਰੁਜ਼ਗਾਰ ਨੇ, ਜਿਹੜਾ ਐਪਲੀਕੇਸ਼ਨ ਦੀ ਫੀਸ ਹੈ ਉਹ ਜ਼ਿਆਦਾ ਨਾ ਰੱਖਿਓ। ਕਈ ਵਾਰੀ ਐਪਲੀਕੇਸ਼ਨ ਦੀ ਫੀਸ ਬਹੁਤ ਰੱਖੀ ਹੁੰਦੀ ਹੈ, ਤੇ ਜੇ ਮੰਨ ਲਓ 1000 ਰੁਪਇਆ ਵੀ ਐਪਲੀਕੇਸ਼ਨ ਦੀ ਫੀਸ ਰੱਖ ਲਈ ਅਪਲਾਈ ਕਰਨ ਦੀ, ਤੇ 26,000 ਪੋਸਟਾਂ ਨੇ, 26,454 ਪੋਸਟਾਂ ਨੇ, ਤੇ ਇੱਕ ਪੋਸਟ ਪਿੱਛੇ ਕਿੰਨੇ ਲੋਕ ਅਪਲਾਈ ਕਰਨਗੇ? ਜੇ 26,454 ਪੋਸਟਾਂ ਨੇ ਜਗਦੀਸ਼ ਜੀ, ਮੈਨੂੰ ਲੱਗਦਾ ਪੰਜਾਬ 'ਚੋਂ ਅਪਲਾਈ ਕਰਨ ਵਾਲਿਆਂ ਦੀ ਗਿਣਤੀ 25-26 ਲੱਖ ਤੋਂ ਵੱਧ ਜਾਣੀ ਹੈ। ਤੇ ਫਿਰ ਤੁਸੀਂ ਅਗਰ 25-26 ਲੱਖ ਬੰਦੇ ਐਪਲੀਕੇਸ਼ਨ ਫੀਸ 1000 ਰੁਪਇਆ ਦੇਣਗੇ ਤੇ ਫਿਰ ਤੁਸੀਂ ਸਰਕਾਰ ਨੂੰ ਆਮਦਨ ਲੈ ਲਓ। ਪਿਛਲੀਆਂ ਸਰਕਾਰਾਂ ਨੇ ਵੀ ਬਹੁਤ ਇਹ ਕੀਤਾ, ਪੋਸਟਾਂ ਕੱਢ ਦਿੰਦੇ ਸੀ, ਐਪਲੀਕੇਸ਼ਨ ਫੀਸ ਰੱਖ ਦਿੰਦੇ ਸੀ। ਸੋ ਬੇਨਤੀ ਇਹ ਹੋਊਗੀ ਭਗਵੰਤ ਮਾਨ ਦੀ ਸਰਕਾਰ ਨੂੰ ਕਿ ਬੜੇ ਬੇਰੁਜ਼ਗਾਰ ਨੇ ਸਾਡੇ ਪੰਜਾਬ ਦੇ ਨੌਜਵਾਨ, 100 ਰੁਪਏ ਤੋਂ ਵੱਧ ਐਪਲੀਕੇਸ਼ਨ ਦੀ ਫੀਸ ਨਾ ਰੱਖੀ ਜਾਵੇ। ਫਿਰ ਭਾਵੇਂ ਸਾਡੇ 50 ਲੱਖ ਲੋਕ ਅਪਲਾਈ ਕਰਨ, ਜੇ 50 ਲੱਖ ਲੋਕ ਵੀ ਅਪਲਾਈ ਕਰਦੇ ਨੇ, 50 ਲੱਖ ਨੂੰ 100 ਨਾਲ ਗੁਣਾ ਕਰ ਲਓ, ਸਰਕਾਰੀ ਖਜ਼ਾਨੇ 'ਚ ਕਿੰਨਾ ਪੈਸਾ ਆਉਂਦਾ। ਸੋ ਇਸ ਕਰਕੇ 100 ਰੁਪਏ, ਤਾਂ ਕਿ ਇੱਕ ਆਮ ਬੰਦੇ ਦੀ ਜੇਬ 'ਤੇ ਬੋਝ ਨਾ ਪਵੇ। ਸੋ ਕਈ ਵਾਰੀ ਜਦੋਂ ਪੋਸਟਾਂ ਨਿਕਲਦੀਆਂ ਨੇ ਨਾ, ਐਪਲੀਕੇਸ਼ਨ ਫੀਸ ਭਰਨ ਦੀ ਫੀਸ ਬਹੁਤ ਜ਼ਿਆਦਾ ਰੱਖ ਦਿੰਦੇ ਨੇ। ਜਿਵੇਂ ਅਸੀਂ ਪ੍ਰਾਈਵੇਟ ਕਾਲਜਾਂ ਦੀ ਦੇਖਦੇ ਹਾਂ, ਉਹਨਾਂ ਨੇ ਉਹ ਦਾਖਲਾ ਫਾਰਮ ਹੁੰਦਾ, ਉਹ 2-2 ਹਜ਼ਾਰ, 3-3 ਹਜ਼ਾਰ, 5-5 ਹਜ਼ਾਰ ਦੇ ਕਾਲਜਾਂ ਯੂਨੀਵਰਸਿਟੀਆਂ ਦੇ। ਔਰ ਜੇ ਸਟੂਡੈਂਟ ਜਿਹੜੇ ਅਪਲਾਈ ਕਰਦੇ ਨੇ ਉਹਨਾਂ ਨੂੰ ਇੰਨੇ ਪੈਸੇ ਖਰਚਣੇ ਪੈਂਦੇ ਨੇ। ਸਕੂਲਾਂ ਦਾ ਤਾਂ ਇਹ ਹਾਲ ਹੈ, ਪ੍ਰਾਈਵੇਟ ਸਕੂਲਾਂ ਦਾ ਜ਼ਿਆਦਾ ਹੈ ਕਿ ਜੇ ਕਿਸੇ ਨੇ 2-3 ਹਜ਼ਾਰ ਦਾ ਵੀ ਪ੍ਰੋਸਪੈਕਟਸ ਹੈ ਤੇ ਤੁਸੀਂ 3 ਸਕੂਲਾਂ ਤੋਂ ਤੁਹਾਨੂੰ ਲੈਣਾ ਪੈਂਦਾ ਵੀ ਪਤਾ ਨਹੀਂ ਕੀ 'ਚ ਦਾਖਲਾ ਮਿਲੂਗਾ। ਸੋ ਇਸ ਕਰਕੇ ਇਹਦੇ ਉੱਪਰ ਵੀ ਰਿਸਟ੍ਰਿਕਸ਼ਨ ਹੋਣੀ ਚਾਹੀਦੀ ਹੈ, ਇੱਕ ਨੋਮੀਨਲ ਫੀਸ ਹੋਣੀ ਚਾਹੀਦੀ ਹੈ, ਤਾਂ ਕਿ ਇਹਨੂੰ ਕਮਾਈ ਦਾ ਸਾਧਨ ਨਾ ਬਣਾਇਆ ਜਾਵੇ। ਦੇਖੋ, ਹਰ ਚੀਜ਼ ਨੂੰ ਕਮਾਈ ਦਾ ਸਾਧਨ ਬਣਾਵਾਂਗੇ ਨਾ, ਉਹ ਵੀ ਇੱਕ ਤਰੀਕੇ ਦੀ ਆਰਗੇਨਾਈਜ਼ਡ ਕਰਪਸ਼ਨ ਹੈ, ਤੇ ਆਮ ਆਦਮੀ ਪਾਰਟੀ ਤਾਂ ਹੈਗੀ ਕਰਪਸ਼ਨ ਦੇ ਖਿਲਾਫ ਹੈ। ਇਸ ਕਰਕੇ 100 ਰੁਪਏ ਐਪਲੀਕੇਸ਼ਨ ਫੀਸ ਘੱਟੋ ਘੱਟ ਹੋਵੇ ਤਾਂ ਕਿ ਹਰ ਸਾਡੇ ਵਰਗਾ ਫੀਸ ਦੇ ਸਕੇ। ਸੋ ਇਹ 26,454
ਮਨਜ਼ੂਰੀ ਹੈ ਅਸਾਮੀਆਂ ਦੀ। ਜਦੋਂ ਪੋਸਟਾਂ ਨਿਕਲਣਗੀਆਂ ਉਦੋਂ ਲੱਡੂ ਵੀ ਆਪਾਂ ਸਾਰੇ ਇੱਕ ਦੂਜੇ ਨੂੰ ਖਵਾ ਦਿਆਂਗੇ। ਤੇ ਹੁਣ ਅੱਗੇ ਵਧਦੇ ਹਾਂ। ਇੱਕ ਵਿਧਾਇਕ ਇੱਕ ਪੈਨਸ਼ਨ ਦਾ ਨੋਟੀਫਿਕੇਸ਼ਨ ਮੰਤਰੀ ਮੰਡਲ ਨੇ ਆਰਡੀਨੈਂਸ ਜਾਰੀ ਕਰਤਾ। ਹੁਣ ਜਿਹੜੀ ਵੀ ਪੈਨਸ਼ਨ ਮਿਲੂਗੀ ਉਹ ਇੱਕ ਵਿਧਾਇਕ ਨੂੰ ਇੱਕੋ ਮਿਲੂਗੀ, ਚਾਹੇ ਪੁਰਾਣਾ ਚਾਹੇ ਨਵਾਂ। ਔਰ ਇੱਕ ਮਨਜ਼ੂਰੀ ਦੇਤੀ ਇਸ ਗੱਲ ਨੂੰ ਵੀ ਜਿਹੜਾ ਇਨਕਮ ਟੈਕਸ ਹੈ ਹੁਣ ਵਿਧਾਇਕ ਆਪ ਅਦਾ ਕਰਿਆ ਕਰਨਗੇ। ਪਿਛਲੀ ਸਰਕਾਰ 'ਚ 117 ਵਿਧਾਇਕ ਸੀ, 117 ਚੋਂ 92-93 ਦੇ ਕਰੀਬ ਦਾ ਇਨਕਮ ਟੈਕਸ ਸਰਕਾਰ ਭਰਦੀ ਸੀ। ਉਹ 2.5 ਕਰੋੜ ਤੋਂ ਜ਼ਿਆਦਾ ਬਣਦਾ ਸੀਗਾ ਪਿਛਲੇ ਸਮਿਆਂ ਦੇ ਵਿੱਚ, ਜਿਹੜਾ ਜਿੰਨਾ ਵੀ ਉਹਨਾਂ ਦੀ ਮਿਆਦ ਰਹੀ ਹੈ 2.5 ਕਰੋੜ ਤੋਂ ਜ਼ਿਆਦਾ ਇਨਕਮ ਟੈਕਸ ਹੈ ਜਿਹੜਾ ਉਹ ਵਿਧਾਨ ਸਭਾ ਦੀ ਮਿਆਦ ਦੇ ਵਿੱਚ ਉਹ ਅਦਾ ਕੀਤਾ ਗਿਆ। ਔਰ ਘਰ ਘਰ ਰਾਸ਼ਨ ਦੀ ਸਕੀਮ ਹੈ ਜਿਹੜੀ ਉਹਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। 1 ਅਕਤੂਬਰ ਤੋਂ ਇਹ ਸ਼ੁਰੂ ਹੋ ਸਕਦੀ ਹੈ ਤੇ ਆਟਾ ਦਿੱਤਾ ਜਾਇਆ ਕਰੂਗਾ। ਸੋ ਇਹ ਸਕੀਮ 1 ਅਕਤੂਬਰ ਤੋਂ ਹੈ, ਉਹਦੇ 'ਚ ਹਜੇ ਬਹੁਤ ਜ਼ਿਆਦਾ ਵਕਤ ਹੈ। ਕਹਿੰਦੇ 600-700 ਕਰੋੜ ਰੁਪਏ ਦਾ ਖਰਚ ਆਉਣਾ ਹੈ ਇਹ ਡਿਸਟਰੀਬਿਊਸ਼ਨ ਦੇ ਪ੍ਰੋਸੈਸ 'ਚ, 600-700 ਕਰੋੜ ਦਾ। ਔਰ ਦੂਜੇ ਪਾਸੇ ਜਿਹੜਾ ਮਾਲੀਆ ਹੈ ਪੈਟਰੋਲ ਤੇ ਡੀਜ਼ਲ ਤੇ ਜਿਹੜਾ ਵੈਟ ਪੰਜਾਬ ਸਰਕਾਰ ਨੇ ਵੱਧ ਗਿਆ, ਚੰਨੀ ਨੇ 10 ਰੁਪਏ ਮੁੱਲ ਸਸਤਾ ਕੀਤਾ ਸੀ ਚੰਨੀ ਸਰਕਾਰ ਨੇ। ਉਸ ਤੋਂ ਬਾਅਦ ਪੰਜਾਬ ਦੀ ਸਰਕਾਰ ਖੂਬ ਪੈਸਾ ਕਮਾ ਰਹੀ ਹੈ ਪੈਟਰੋਲ ਤੇ ਡੀਜ਼ਲ ਤੋਂ, ਤੇ ਕਿਸਾਨਾਂ ਨੇ ਤਾਂ ਹੀ 1500 ਰੁਪਏ ਨੂੰ ਪ੍ਰਵਾਨ ਨਹੀਂ ਕੀਤਾ ਵੀ ਸਿੱਧੀ ਬਿਜਾਈ ਦਾ 1500 ਰੁਪਏ ਕਈ ਕਿਸਾਨਾਂ ਨੇ ਰੱਦ ਕਰਤਾ ਜਥੇਬੰਦੀਆਂ ਨੇ। ਉਹ ਕਹਿੰਦੇ ਡੀਜ਼ਲ ਦਾ ਮੁੱਲ ਦੇਖੋ ਭਗਵੰਤ ਮਾਨ ਜੀ, ਪੈਟਰੋਲ ਦਾ ਮੁੱਲ ਦੇਖੋ। ਅਸੀਂ ਡੀਜ਼ਲ ਬਾਲ ਕੇ ਖੇਤੀ ਕਰਦੇ ਹਾਂ ਤੇ ਡੀਜ਼ਲ 93-94 ਰੁਪਏ ਨੂੰ ਲੱਗਿਆ ਪਿਆ। 60 ਰੁਪਏ ਦਾ ਸਬਸਿਡੀ ਦੇ ਆਧਾਰਿਤ ਜਿਹੜਾ ਡੀਜ਼ਲ ਹੈ ਉਹ ਕਿਸਾਨਾਂ ਨੂੰ ਦਿੱਤਾ ਜਾਣਾ ਚਾਹੀਦਾ, ਉਹ ਉਹਨਾਂ ਦੀ ਮੰਗ ਹੈ। ਉਂਝ ਵੀ ਸਰਕਾਰ ਨੂੰ ਖੂਬ ਕਮਾਈ ਹੋ ਰਹੀ ਹੈ ਵੈਟ ਤੋਂ। ਜਿਵੇਂ ਜਿਵੇਂ ਕੇਂਦਰ ਪੈਟਰੋਲ ਤੇ ਡੀਜ਼ਲ ਦਾ ਮੁੱਲ ਵਧਾਉਂਦਾ ਹੈ, ਕੇਂਦਰ ਦੇ ਖਜ਼ਾਨੇ 'ਚ ਵੀ ਨੋਟ ਡਿੱਗਦੇ ਆ, ਪੰਜਾਬ ਵਾਲੀ ਸਰਕਾਰ ਦੇ ਖਜ਼ਾਨੇ 'ਚ ਵੀ ਨੋਟ ਡਿੱਗਦੇ ਆ। ਇਸ ਕਰਕੇ ਜਿਹੜੀ ਆ ਸਕੀਮ ਹੈ ਕਿਸਾਨਾਂ ਜਿਹੜੀ ਰਾਸ਼ਨ ਵੰਡਣ ਵਾਲੀ 700 ਕਰੋੜ ਰੁਪਏ ਦੀ, ਇਹ ਤਾਂ ਪੈਟਰੋਲ ਡੀਜ਼ਲ 'ਚੋਂ ਹੀ ਨਿਕਲ ਆਉਣੀ ਹੈ। ਪੈਟਰੋਲ ਡੀਜ਼ਲ 'ਚੋਂ ਇਹੋ ਜਿਹੀਆਂ 4 ਸਕੀਮਾਂ ਨਿਕਲ ਸਕਦੀਆਂ ਨੇ। ਸੋ ਚੰਗਾ ਮੁਨਾਫਾ ਪੰਜਾਬ ਸਰਕਾਰ ਨੂੰ ਪੈਟਰੋਲ ਡੀਜ਼ਲ ਤੋਂ ਹੋ ਰਿਹਾ, ਇਹਦੇ 'ਚ ਕੋਈ ਲੁਕੋ ਵਾਲੀ ਗੱਲ ਨਹੀਂ ਹੈ। ਔਰ ਇੱਕ ਹੋਰ ਹੈ, ਨਰਮੇ ਦੇ ਖਰਾਬੇ ਲਈ ਕਹਿੰਦੇ 42 ਕਰੋੜ ਦੇ ਕਰੀਬ ਦੀ ਰਾਸ਼ੀ ਨੂੰ ਮਨਜ਼ੂਰੀ ਮਿਲੀ ਹੈ ਨਰਮੇ ਦੇ ਖਰਾਬੇ ਨੂੰ। ਕਣਕ ਦਾ ਜਿਹੜਾ ਖਰਾਬਾ ਹੋ ਗਿਆ, ਕਣਕ ਦਾ ਬੋਨਸ ਮੰਤਰੀ ਮੰਡਲ ਦੀ ਬੈਠਕ 'ਚ ਕੋਈ ਗੱਲ ਨਹੀਂ ਹੋਈ। ਕਿਸਾਨਾਂ ਨੂੰ ਆਸ ਸੀ ਵੀ ਮੰਤਰੀ ਮੰਡਲ ਦੀ ਬੈਠਕ ਹੈ, ਇਹਦੇ 'ਚ ਸ਼ਾਇਦ ਕਣਕ ਦੇ ਬੋਨਸ 'ਤੇ ਜਾਂ ਜਿਹੜੀ ਕਣਕ ਖਰਾਬ ਹੋਈ ਆ ਉਹਦੇ ਮੁਆਵਜ਼ੇ ਦੀ ਕੋਈ ਗੱਲ ਹੋਊਗੀ। ਕੋਈ ਗੱਲ ਨਹੀਂ ਹੋਈ, ਕਿਸਾਨਾਂ ਹੱਥ ਨਿਰਾਸ਼ਾ ਲੱਗੀ ਹੈ। ਆਹੀ ਫੈਸਲੇ ਹੋਏ ਨੇ। ਛੋਟੇ ਟਰਾਂਸਪੋਰਟਰਾਂ ਨੂੰ ਜਿਹੜਾ 3 ਮਹੀਨੇ ਦਾ ਸਮਾਂ ਵਧਾਇਆ ਗਿਆ ਸੀ ਵੀ ਤੁਸੀਂ ਕਿਸ਼ਤਾਂ 'ਚ ਆਪਣੀ ਅਦਾ ਕਰ ਸਕਦੇ ਹੋ ਬਕਾਇਆ ਫੀਸ, ਉਹ ਤਾਂ ਪੁਰਾਣੇ ਐਲਾਨ ਨੇ। ਉਹ ਐਲਾਨ ਹੁਣ ਇਹ ਸਾਰੇ ਪੁਰਾਣੇ ਐਲਾਨ ਨੇ, ਇਹ ਹੁਣ ਮੰਤਰੀ ਮੰਡਲ ਦੀ ਬੈਠਕ 'ਚ ਫਿਰ ਸਾਂਝੇ ਕੀਤੇ ਗਏ ਨੇ ਤੇ ਨੋਟੀਫਿਕੇਸ਼ਨ ਹੋਇਆ ਪੈਨਸ਼ਨ ਵਾਲੇ ਦਾ। ਔਰ ਨੌਕਰੀਆਂ ਦੇ ਉੱਤੇ ਨੋਟੀਫਿਕੇਸ਼ਨ ਜਦੋਂ ਹੀ ਹੋਣਗੇ ਤੇ ਲੱਡੂ ਵੰਡਣ ਵਾਲਾ ਮਾਹੌਲ ਪੰਜਾਬ 'ਚ ਬਣ ਜਾਣਾ ਹੈ। ਇਹ ਕੁਛ ਮਤਲਬ ਹੈ ਧਿਆਨ जो आम आदमी पार्टी जो सत्ता से आई सी बड़े वादे किए सी, अज लाइट और बिजली कुछ भी नहीं है। 1000 रुपए इन्होंने माताओं को देने वास्ते कहा सी 18 साल के उपर, अज जो उन्होंने MLA इन्होंने वर्करां पिंडा च फड़ रही हैं कि लो साड़ियां वोटां दे 1000 रुपया दो, बिजली अज है नहीं। तो इस करके की है कि लाइन आर्डर है नहीं, इन सारी चीज़ों तो ध्यान जोड़ा है वो हटे। तो इस तरह की गल और इस तरह के बयान जोड़े आम आदमी पार्टी सरकार कर रही ਜੀ ਡੱਲਾ ਸਾਹਿਬ, ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਹੁਣਾਂ ਨੇ ਇੱਕ ਟਵੀਟ ਕੀਤਾ। ਇਸੇ ਟਵੀਟ ਨੂੰ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਰੀਟਵੀਟ ਕੀਤਾ। ਇਸ ਟਵੀਟ ਤੋਂ ਇਹ ਕਿਆਸ ਲਗਾਏ ਜਾ ਰਹੇ ਨੇ ਕਿ ਨਵੀਂ ਪਾਰਟੀ ਬਣ ਸਕਦੀ ਹੈ। ਤੁਸੀਂ ਕਿਵੇਂ ਦੇਖਦੇ ਹੋ, ਨਵੀਂ ਪਾਰਟੀ ਕਦੋਂ ਤੱਕ ਬਣ ਸਕਦੀ ਹੈ? ਦੇਖੋ, ਪ੍ਰਸ਼ਾਂਤ ਕਿਸ਼ੋਰ ਚੋਣ ਰਣਨੀਤੀਕਾਰ ਨੇ। 2014 'ਚ ਪ੍ਰਧਾਨ ਮੰਤਰੀ ਭਾਰਤੀ ਜਨਤਾ ਪਾਰਟੀ ਦੇ ਨਰਿੰਦਰ ਮੋਦੀ ਦੇ ਚੋਣ ਕੰਪੇਨ 'ਚ ਉਹਨਾਂ ਨੇ ਵੱਡਾ ਹਿੱਸਾ ਪਾਇਆ। ਨਿਤਿਸ਼ ਕੁਮਾਰ 'ਚ ਹਿੱਸਾ ਪਾਇਆ। ਅਰਵਿੰਦ ਕੇਜਰੀਵਾਲ ਦੀ ਵੀ ਇੱਕ ਚੋਣ 'ਚ ਉਹਨਾਂ ਨੇ ਹਿੱਸਾ ਪਾਇਆ ਸੀ, ਨਾਲ ਜੁੜੇ ਰਹੇ ਹੈ। ਫਿਰ ਮਮਤਾ ਬਨਰਜੀ ਦੀ ਚੋਣ ਕੰਪੇਨ 'ਚ ਹਿੱਸਾ ਪਾਇਆ। 2017 'ਚ ਕੈਪਟਨ ਅਮਰਿੰਦਰ ਦੀ ਕੰਪੇਨ 'ਚ ਹਿੱਸਾ ਪਾਇਆ। ਸੋ ਕਈ ਸੂਬਿਆਂ ਦੇ ਵਿੱਚ ਉਹਨਾਂ ਨੇ ਕਈ ਸਰਕਾਰਾਂ ਨੂੰ ਜਿੱਤਣ ਦੇ ਵਿੱਚ ਆਪਣੀ ਭੂਮਿਕਾ ਅਦਾ ਕੀਤੀ। ਹੁਣ ਵੀ ਕਾਂਗਰਸ ਦੇ ਨਾਲ ਉਹਨਾਂ ਦੀ ਗੱਲਬਾਤ ਬਹੁਤ ਨੇੜੇ ਚੱਲ ਰਹੀ ਸੀ, ਲੇਕਿਨ ਕਾਂਗਰਸ ਦੇ ਆਲੇ ਦੁਆਲੇ ਰਾਹੁਲ ਗਾਂਧੀ, ਪ੍ਰਿੰਕਾ ਗਾਂਧੀ, ਸੋਨੀਆ ਗਾਂਧੀ ਦੇ ਆਲੇ ਦੁਆਲੇ ਜਿਹੜੇ ਪੁਰਾਣੇ ਲੀਡਰ ਨੇ, ਉਹ ਕਾਂਗਰਸ ਦੇ ਸੰਗਠਨ ਦੇ ਮੂਲ 'ਚ ਬਦਲਾਵ ਨਾ ਕਰਨ ਦਾ ਹਵਾਲਾ ਦੇ ਕੇ ਕਈ ਵਾਰੀ ਫੈਸਲੇ ਹੌਲੀ ਹੌਲੀ ਕਰਾਉਂਦੇ ਨੇ। ਇਹ ਇਲਜ਼ਾਮ ਲੱਗਦੇ ਨੇ ਉਹਨਾਂ 'ਤੇ ਅਕਸਰ। ਹੁਣ ਦੇਖੋ, ਜੇ ਕਿਸੇ ਨੇ ਸੰਗਠਨ ਦਾ ਢਾਂਚਾ ਬਣਾਉਣਾ ਹੋਵੇ ਕਾਂਗਰਸ 'ਚ, ਲੀਡਰ ਕਹਿੰਦੇ ਸਾਨੂੰ ਸੰਗਠਨ ਦਾ ਢਾਂਚਾ ਹੀ ਨਹੀਂ ਬਣਾਉਣ ਦਿੱਤਾ ਜਾਂਦਾ। ਨਵਜੋਤ ਸਿੰਘ ਸਿੱਧੂ ਦੀ ਸ਼ਿਕਾਇਤ ਸੀ ਕਿ ਮੇਰਾ ਢਾਂਚਾ ਹੀ ਨਹੀਂ ਸਮੇਂ ਸਿਰ ਬਣਿਆ। ਕੁਮਾਰੀ ਸ਼ੈਲਜਾ ਹਰਿਆਣੇ ਵਾਲੀ ਬੀਬੀ ਦੀ ਸ਼ਿਕਾਇਤ ਸੀ ਵੀ ਢਾਂਚਾ ਨਹੀਂ ਬਣ ਰਿਹਾ ਜਲਦੀ। ਗੁਜਰਾਤ ਵਾਲੇ ਜਿਹੜੇ ਹਾਰਦਿਕ ਪਟੇਲ ਨੇ ਉਹ ਵੀ ਨਾਰਾਜ਼ ਨੇ ਉੱਥੋਂ ਦੇ ਸੰਗਠਨ ਤੋਂ, ਕਹਿੰਦੇ ਫੈਸਲੇ ਨਹੀਂ ਛੇਤੀ ਛੇਤੀ ਹੁੰਦੇ। ਫਿਰ ਹਿਮਾਚਲ ਪ੍ਰਦੇਸ਼ 'ਚ ਦੇਖੋ ਅਸੀਂ ਰੌਲਾ ਦੇਖਿਆ। ਫਿਰ ਰਾਜਸਥਾਨ 'ਚ ਦੇਖ ਲਓ ਕਿੱਡਾ ਰੌਲਾ ਹੈ, ਸਚਿਨ ਪਾਇਲਟ। ਫਿਰ ਜੋਤੀਰਾਦਿੱਤਿਆ ਸਿੰਧੀਆ ਛੱਡ ਕੇ ਚਲਿਆ ਗਿਆ। ਫਿਰ ਮਹਾਰਾਸ਼ਟਰ 'ਚ ਕਿੱਡਾ ਰੌਲਾ। ਕੋਈ ਸੂਬਾ ਇਹੋ ਜਿਹਾ ਕਾਂਗਰਸ ਦਾ ਹੈ ਨਹੀਂ ਜਿਹੜਾ ਰੌਲਾ ਵਿਹੀਨ ਹੋਵੇ। ਹਰ ਸੂਬੇ 'ਚ ਰੌਲਾ ਹੈ ਸੰਗਠਨ ਨੂੰ ਲੈ ਕੇ
ਔਰ ਪ੍ਰਸ਼ਾਂਤ ਕਿਸ਼ੋਰ ਨੇ ਉਹਨਾਂ ਨੂੰ ਇਹੀ ਮੀਟਿੰਗਾਂ ਦੇ ਵਿੱਚ ਪ੍ਰਸਤਾਵ ਪੇਸ਼ ਕੀਤਾ ਸੀ ਕਿ ਕਾਂਗਰਸ ਨੂੰ ਸੰਗਠਿਤ ਕਿਵੇਂ ਕਰਨਾ ਹੈ। ਕਹਿੰਦੇ ਸੰਗਠਿਤ ਤਾਕਤ ਹੀ ਕੰਮ ਕਰਦੀ ਹੈ। ਕਹਿੰਦੇ ਆ ਨਾ ਏਕਤਾ ਮੇਂ ਬਲ ਹੈ। ਅਸੀਂ ਪੜ੍ਹਦੇ ਹੁੰਦੇ ਸੀ ਜਦੋਂ ਛੋਟੇ ਹੁੰਦੇ ਸੀ, ਯੂਨੀਅਨ ਇਜ਼ ਸਟਰੈਂਥ। ਉਹ ਫਿਰ ਕਹਾਣੀ ਅਸੀਂ ਯਾਦ ਕਰਨੀ, ਫਿਰ ਉਹਦਾ ਮੋਰਲ ਆਫ ਦਾ ਸਟੋਰੀ ਅਸੀਂ ਖੜੇ ਹੋ ਕੇ ਸੁਣਾਉਂਦੇ ਹੁੰਦੇ ਸੀ ਬਾਰੀ ਯੂਨੀਅਨ ਇਜ਼ ਸਟਰੈਂਥ ਉਹਦਾ ਮਤਲਬ ਕੀ ਹੈ। ਫਿਰ ਅਸੀਂ ਪੰਜਾਬੀ 'ਚ ਕਹਾਣੀ ਵੀ ਪੜ੍ਹਦੇ ਹੁੰਦੇ ਸੀ, ਏਕਤਾ 'ਚ ਬਲ ਹੈ। ਬਿਲਕੁਲ ਹਾਂਜੀ, ਉੱਥੇ ਵੀ ਕਈ ਵਾਰੀ ਝਾੜੂ ਦੀ ਉਦਾਹਰਨ ਦਿੱਤੀ ਜਾਂਦੀ ਸੀ ਵੀ ਇੱਕ ਤੀਲਾ ਹੈ, ਉਹ ਸਫਾਈ ਨਹੀਂ ਕਰਦਾ, ਅਤੇ ਜਦੋਂ ਝਾੜੂ 'ਚ ਤੀਲੇ ਇਕੱਠੇ ਹੋ ਜਾਂਦੇ ਨੇ ਉਹ ਸੰਗਠਿਤ ਹੋ ਜਾਂਦੀ ਤਾਕਤ, ਅਤੇ ਉਹ ਜਿਹਦਾ ਮਰਜ਼ੀ ਸਫਾਇਆ ਕਰ ਦਿਓ। ਅੱਜ ਜਿਵੇਂ ਆਮ ਆਦਮੀ ਪਾਰਟੀ ਵਾਲਿਆਂ ਨੇ ਕੀਤਾ, ਦਿੱਲੀ 'ਚ ਵੀ ਕਾਂਗਰਸ ਦਾ ਸਫਾਇਆ ਕਰਤਾ, ਪੰਜਾਬ 'ਚ ਤਾਂ ਸਾਰਿਆਂ ਦਾ ਹੀ ਕਰਤਾ, ਅਕਾਲੀ, ਭਾਜਪਾ, ਬੀਜੇਪੀ ਅਤੇ ਕਾਂਗਰਸ ਦਾ। ਅਤੇ ਹੁਣ ਪ੍ਰਸ਼ਾਂਤ ਕਿਸ਼ੋਰ ਆਪਣੀ ਪਾਰਟੀ ਬਣਾਉਣ ਲੱਗੇ ਨੇ, ਰਣਨੀਤੀਕਾਰ ਨੇ। ਇਹ ਸੰਕੇਤ ਮਿਲੇ ਨੇ ਕਿ ਉਹ ਪਾਰਟੀ ਬਣਾ ਸਕਦੇ ਨੇ। ਜਨ ਸੁਰਾਜ ਉਹਨਾਂ ਨੇ ਗੱਲ ਕੀਤੀ ਹੈ ਕੈਂਪੇਨ ਦੀ, ਔਰ ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਦੇ ਨਾਲ ਉਹਨਾਂ ਦੀ ਗੱਲ ਨਹੀਂ ਬਣੀ, ਅਤੇ ਕਾਂਗਰਸ ਨਾਲ ਜਿੱਦਣ ਮੀਟਿੰਗ ਸੀ, ਜਿੱਦਣ ਉਹ ਕੋਰਾ ਨਾ ਕਰਕੇ ਆਏ ਕਾਂਗਰਸ ਨੂੰ ਵੀ ਮੈਂ ਨਹੀਂ ਸ਼ਾਮਿਲ ਹੋਣਾ ਕਾਂਗਰਸ 'ਚ, ਉਸੇ ਦਿਨ ਕਹਿੰਦੇ ਦਿੱਲੀ ਦੇ ਇੱਕ ਹੋਟਲ 'ਚ ਨਵਜੋਤ ਸਿੰਘ ਸਿੱਧੂ ਨਾਲ 2-2.5 ਘੰਟੇ ਮੀਟਿੰਗ ਚੱਲੀ। ਉਹ ਮੀਟਿੰਗ 'ਚ ਕੀ ਹੋਇਆ ਇਹ ਤਾਂ ਨਹੀਂ ਆਪਾਂ ਨੂੰ ਪਤਾ, ਪਰ ਉਹਦੇ ਸੰਕੇਤ ਇਹ ਨੇ ਕਿ ਨਵਜੋਤ ਸਿੰਘ ਸਿੱਧੂ ਨੇ ਵੀ ਪ੍ਰਸ਼ਾਂਤ ਕਿਸ਼ੋਰ ਦੇ ਟਵੀਟ ਨੂੰ ਰੀਟਵੀਟ ਕਰਤਾ। ਇੱਕ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨੇ ਕਹਿਤਾ ਵੀ ਐਲਾਨ ਦੇ ਨਾਲ ਤੁਸੀਂ ਅੱਧੀ ਲੜਾਈ ਜਿੱਤ ਲਈ। ਸੋ ਪ੍ਰਸ਼ਾਂਤ ਕਿਸ਼ੋਰ ਬੜੇ ਬੁੱਧੀਮਾਨ ਪੁਰਖ ਨੇ। ਸੋ ਉਹਨਾਂ ਕੋਲੇ ਚੋਣ ਰਣਨੀਤੀਆਂ ਬਹੁਤ ਨੇ, ਲੋਕਾਂ ਦੀ ਨਬਜ਼ ਪਛਾਣਦੇ ਨੇ, ਕਿੱਥੇ ਕਮੀਆਂ ਨੇ ਕਿਵੇਂ ਦੂਰ ਕਰਨੀਆਂ ਨੇ, ਸੰਗਠਨ ਨੂੰ ਕਿਵੇਂ ਤਾਕਤ ਕਰਨਾ, ਸੰਗਠਨ ਨੂੰ ਕਿਵੇਂ ਖੜਾ ਕਰਨਾ। ਨੌਜਵਾਨਾਂ ਦੀ ਤਾਕਤ ਉਹਨਾਂ ਦੇ ਨਾਲ ਬਹੁਤ ਹੈ। ਆਰਗੇਨਾਈਜ਼ਡ ਤਰੀਕੇ ਨਾਲ ਉਹ ਜਿਹੜੇ ਨੇ ਉਹ ਪੋਲੀਟੀਕਲ ਮਾਹੌਲ ਨੂੰ, ਦੇਸ਼ ਦੇ ਨੂੰ ਦੇਖਦੇ ਨੇ। ਬਹੁਤ ਵੱਡੀ ਗਿਣਤੀ 'ਚ ਲੋਕ ਉਹਨਾਂ ਦੀ ਕੰਪਨੀ ਦੇ ਨਾਲ ਵੀ ਜੁੜੇ ਹੋਏ ਨੇ। ਬਹੁਤ ਲੋਕਾਂ ਨੂੰ ਉਹਨਾਂ ਦੀ ਕੰਪਨੀ ਦੇ ਸਰਵੇਜ਼, ਇਲੈਕਸ਼ਨ 'ਚ ਰੁਜ਼ਗਾਰ ਦਿੰਦੇ ਨੇ। ਸੋ ਇਸ ਕਰਕੇ ਅਗਰ ਪ੍ਰਸ਼ਾਂਤ ਕਿਸ਼ੋਰ ਆਪਣੀ ਪਾਰਟੀ ਬਣਾ ਲੈਂਦੇ ਨੇ, ਕੋਈ ਵੱਡੀ ਗੱਲ ਨਹੀਂ। ਅਗਰ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਸਕਸੈਸ ਮਿਲ ਸਕਦੀ ਤੇ ਪ੍ਰਸ਼ਾਂਤ ਕਿਸ਼ੋਰ ਦੀ ਪਾਰਟੀ ਨੂੰ ਵੀ ਸਕਸੈਸ ਮਿਲ ਜਾਣੀ ਹੈ। ਮੈਨੂੰ ਸ਼ੱਕ ਹੈ ਕਿ ਜੇ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਨਾਲ ਫੇਰ ਬੇਵਫਾਈ ਕਰਤੀ ਤੇ ਨਵਜੋਤ ਸਿੰਘ ਸਿੱਧੂ ਕੋਲੇ ਰਾਹ ਹੈਗੇ ਨੇ। ਬਾਕੀ ਪੰਜਾਬ ਦੇ ਲੋਕ ਨੇ ਜਿਹੜੇ, ਪੰਜਾਬ ਦੇ ਲੋਕ ਹਮੇਸ਼ਾ ਚੰਗੇ ਤਜਰਬਿਆਂ 'ਤੇ ਭਰੋਸਾ ਕਰਦੇ ਨੇ, ਔਰ ਹੁਣ ਸਿਆਸਤ ਬਦਲਾਅ ਵਾਲੀ ਆ ਚੁੱਕੀ ਹੈ। ਜਗਦੀਸ਼ ਜੀ, ਜਦੋਂ ਇੱਕ ਕੰਪਨੀ ਦੀ ਨਵੀਂ ਕਾਰ ਆਉਂਦੀ ਹੈ ਨਾ, ਫਿਰ ਦੂਜੀਆਂ ਕੰਪਨੀਆਂ ਵੀ ਨਵੀਆਂ ਕਾਰਾਂ ਕੱਢ ਦਿੰਦੀਆਂ ਨੇ। ਔਰ ਅੱਜ ਕੱਲ੍ਹ ਰਿਵਾਜ਼ ਬਣ ਗਿਆ, ਦੇਖੋ ਇੱਕ ਕੰਪਨੀ ਦਾ ਮੋਬਾਈਲ ਆਉਂਦਾ, ਅੱਜ ਕਿੰਨੀਆਂ ਕੰਪਨੀਆਂ ਦੇ ਮੋਬਾਈਲ ਚੱਲੀ ਜਾਂਦੇ ਆ, ਸਾਰੇ ਇੱਕੋ ਜਿੱਕੇ ਨੇ। ਸੋ ਇਸ ਕਰਕੇ ਹੁਣ ਰਵਾਇਤੀ ਪਾਰਟੀਆਂ ਦੀ ਥਾਂ 'ਤੇ ਨਵੀਆਂ ਪਾਰਟੀਆਂ ਆਉਣਗੀਆਂ, ਔਰ ਪੰਜਾਬ ਦੀ, ਦੇਸ਼ ਦੀ ਜਿਹੜੀ ਪੋਲੀਟਿਕਸ ਹੈ ਉਹ ਇੰਪਰੂਵ ਹੋਏਗੀ। ਹੁਣ ਰਵਾਇਤੀ ਪੋਲੀਟਿਕਸ ਨਹੀਂ ਚੱਲਣੀ, ਹੁਣ ਅੱਜ ਦੇ ਸਮੇਂ ਦੀ ਜ਼ਰੂਰਤ ਵਾਲੀ ਪੋਲੀਟਿਕਸ ਚੱਲਣੀ ਹੈ। ਬਹੁਤ ਪ੍ਰੋਫੈਸ਼ਨਲਿਜ਼ਮ ਵਾਲੀ ਪੋਲੀਟਿਕਸ ਹੈ ਜਿਹੜੀ ਉਹ ਚੱਲਣੀ ਹੈ। ਸੋ ਪ੍ਰਸ਼ਾਂਤ ਕਿਸ਼ੋਰ ਦੀ ਪਾਰਟੀ ਅਗਰ ਬਣਦੀ ਹੈ ਤਾਂ ਨਿਸ਼ਚਿਤ ਤੌਰ 'ਤੇ ਉਹਨਾਂ ਨੂੰ ਕਾਮਯਾਬੀ ਮਿਲੂਗੀ, ਔਰ ਬਹੁਤ ਚੰਗੀਆਂ ਸੰਭਾਵਨਾਵਾਂ ਪੰਜਾਬ 'ਚੋਂ ਵੀ ਪ੍ਰਸ਼ਾਂਤ ਕਿਸ਼ੋਰ ਨੂੰ ਦਿਖਦੀਆਂ ਨੇ। ਨਵਜੋਤ ਸਿੱਧੂ ਨੇ ਉਹਨਾਂ ਨੂੰ ਸ਼ੁਭਕਾਮਨਾਵਾਂ ਪੇਸ਼ ਕੀਤੀਆਂ ਨੇ ਹਾਲ ਦੀ ਘੜੀ। ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਧਰਮ ਪਤਨੀ ਨੇ ਗਨੀਮ ਮਜੀਠੀਆ, ਉਹਨਾਂ ਨੇ ਅੱਜ ਸਹੁੰ ਚੁੱਕ ਲਈ ਹੈ। ਕੀ ਕਹਿਣਾ ਚਾਹੋਗੇ, ਬੜੀ ਦੇਰ ਦੇ ਨਾਲ ਉਹਨਾਂ ਨੇ ਸਹੁੰ ਚੁੱਕੀ ਹੈ? ਦੇਖੋ, ਬੀਬੀ ਗਨੀਵ ਕੌਰ ਮਜੀਠੀਆ ਨੇ ਅੱਜ ਸਹੁੰ ਚੁੱਕੀ ਹੈ। ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ। ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਉਹਨਾਂ ਨੇ ਉਹਨਾਂ ਨੂੰ ਵਿਧਾਇਕੀ ਦੇ ਅਹੁਦੇ ਦੀ ਸਹੁੰ ਚੁਕਵਾਈ। ਕਈ ਵਿਧਾਇਕ ਨੇ ਜਿਹੜੇ ਕਿਸੇ ਨਾ ਕਿਸੇ ਕਾਰਨ ਕਰਕੇ ਵਿਧਾਨ ਸਭਾ ਦੇ ਸੈਸ਼ਨ 'ਚ ਨਹੀਂ ਆ ਸਕੇ ਅਤੇ ਫਿਰ ਉਹ ਸਪੀਕਰ ਕੋਲੇ ਜਾ ਕੇ ਸਹੁੰ ਚੱਕਦੇ ਨੇ। ਸੋ ਹੁਣ ਬੀਬੀ ਗਨੀਵ ਕੌਰ ਮਜੀਠੀਆ ਨੇ ਵੀ ਸਹੁੰ ਚੱਕੀ ਹੈ। ਤਸਵੀਰਾਂ ਤੁਹਾਡੇ ਸਾਹਮਣੇ ਨੇ, ਇਹ ਸਾਫ਼ ਹੋ ਚੁੱਕੀਆਂ ਨੇ। ਹਾਲਾਂਕਿ ਮੰਨਿਆ ਇਹ ਜਾ ਰਿਹਾ ਸੀ ਕਿ ਬੀਬੀ ਗਨੀਵ ਕੌਰ ਮਜੀਠੀਆ ਜਿਹੜਾ ਪਹਿਲਾ ਵਿਧਾਨ ਸਭਾ ਦਾ ਸੈਸ਼ਨ ਸੀ ਉਹਦੇ ਵਿੱਚ ਸਰਗਰਮੀ ਦੇ ਨਾਲ ਆਉਣਗੇ, ਸਰਗਰਮੀ ਦੇ ਨਾਲ ਪੇਸ਼ ਹੋਣਗੇ। ਪਰ ਮੈਨੂੰ ਇਹ ਲੱਗਦਾ ਕਿਉਂਕਿ ਵਿਕਰਮ ਸਿੰਘ ਮਜੀਠੀਆ, ਜਿਸ ਤਰੀਕੇ ਨਾਲ ਸਾਰਿਆਂ ਨੂੰ ਪਤਾ ਹੈ ਕਿ ਉਹ ਪਟਿਆਲਾ ਜੇਲ੍ਹ ਦੇ ਵਿੱਚ ਨੇ, ਡਰੱਗਸ ਦੇ ਮਾਮਲੇ ਦੇ ਵਿੱਚ ਬਹੁਤ ਵੱਡੀ ਸੰਭਾਵਨਾ ਇਹ ਬਣ ਗਈ ਸੀ ਕਿ ਸ਼ਾਇਦ ਉਹ ਤੁਰੰਤ ਜਿਹੜਾ ਪਹਿਲਾ ਵਿਧਾਨ ਸਭਾ ਦਾ ਸੈਸ਼ਨ ਹੈ ਉਹਦੇ ਵਿੱਚ ਉਨੀ ਸਰਗਰਮੀ ਦੇ ਨਾਲ ਨਾ ਪਹੁੰਚਣ, ਇਸੇ ਕਰਕੇ ਉਹ ਸਹੁੰ ਨਹੀਂ ਚੱਕ ਸਕੇ। ਸੋ ਹੁਣ ਉਹ ਆਏ ਨੇ ਅਤੇ ਉਹਨਾਂ ਨੇ ਸਹੁੰ ਚੁੱਕੀ ਹੈ। ਮੈਨੂੰ ਲੱਗਦਾ ਹੁਣ ਸਾਨੂੰ ਵਿਧਾਨ ਸਭਾ ਦੇ ਵਿੱਚ ਵੀ ਉਹ ਨਜ਼ਰ ਆਉਣਗੇ ਆਪਣੇ ਹਲਕੇ ਦੀ ਨੁਮਾਇੰਦਗੀ ਕਰਦੇ। ਮੈਂ ਗਨੀਵ ਕੌਰ ਮਜੀਠੀਆ ਜੋ ਪੰਜਾਬ ਵਿਧਾਨ ਸਭਾ ਲਈ ਮੈਂਬਰ ਚੁਣੀ ਗਈ ਹਾਂ, ਈਸ਼ਵਰ ਦੀ ਸਹੁੰ ਚੱਕਦੀ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਾਂਗੀ। ਮੈਂ ਭਾਰਤ ਦੀ ਪ੍ਰਭੁੱਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗੀ ਅਤੇ ਜਿਸ ਕਰਤੱਵ ਨੂੰ ਮੈਂ ਸੰਭਾਲਣ ਵਾਲੀ ਹਾਂ ਉਸ ਨੂੰ ਵਫਾਦਾਰੀ ਨਾਲ ਨਿਭਾਵਾਂਗੀ। ਡੱਲਾ ਸਾਹਿਬ, ਤਾਜ਼ੀਆਂ ਸਿਆਸੀ ਸਥਿਤੀਆਂ ਦੇ ਉੱਪਰ ਤੁਸੀਂ ਚਾਨਣਾ ਪਾਇਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਦਰਸ਼ਕਾਂ ਤੋਂ ਵੀ ਇਜਾਜ਼ਤ ਲੈਂਦੇ ਹਾਂ ਜੀ। ਬਹੁਤ ਬਹੁਤ ਧੰਨਵਾਦ ਦਰਸ਼ਕ। ਬਹੁਤ ਬਹੁਤ ਧੰਨਵਾਦ।